अस्सलाम वालेकुम। ਜਿਹੜੇ ਬਜ਼ੁਰਗ ਬੰਦੇ ਹੁੰਦੇ ਨੇ 70 80 90 ਸਾਲ ਦੇ, ਉਹਨਾਂ ਦਾ ਆਸਰਾ ਜਿਹੜਾ ਹੁੰਦਾ ਉਹਨਾਂ ਦੀ ਪੈਨਸ਼ਨ ਹੁੰਦੀ ਹੈ। ਅਗਰ ਬਜ਼ੁਰਗਾਂ ਨੇ ਸਰਕਾਰੀ ਨੌਕਰੀ ਕੀਤੀ ਹੋਵੇ, ਔਲਾਦ ਵੀ ਇਸੇ ਲਾਲਚ ਨੂੰ ਮਾਈ ਬਾਬੇ ਨੂੰ ਆਪਣੇ ਨਾਲ ਰੱਖ ਲੈਂਦੀ ਹੈ, ਭਾਵੇਂ ਧੀ ਹੋਵੇ ਭਾਵੇਂ ਪੁੱਤਰ ਹੋਵੇ। ਚਲੋ 4 ਰੁਪਏ ਕੋਈ ਘਰ ਲੈ ਕੇ ਹੀ ਆਉਂਦਾ ਨਾ। ਤੁਹਾਨੂੰ ਪਤਾ ਜਿਹੜਾ ਸਰਕਾਰੀ ਨੌਕਰੀ ਕਰਨ ਵਾਲਾ ਬੰਦਾ ਔਲਾਦ ਹੀ ਹਾਲੀ ਪਾਲ ਸਕਦਾ ਜਾਂ ਉਹਨਾਂ ਦੀਆਂ ਸ਼ਾਦੀਆਂ ਕਰ ਸਕਦਾ, ਹੋਰ ਉਹਨਾਂ ਨੂੰ ਕੁਝ ਨਹੀਂ ਦੇ ਸਕਦਾ। ਜੇ ਔਲਾਦ ਸਿਆਣੀ ਹੋਵੇ ਚਲੋ ਕੋਈ ਕਾਰੋਬਾਰ ਕਰ ਲੇ, ਵਰਨਾ ਉਹ ਵੀ ਗੁਰਬਤ ਹੀ ਤੱਕਦੇ ਨੇ। ਅਗਰ ਬਜ਼ੁਰਗ ਫੌਤ ਵੀ ਹੋ ਜਾਣ ਤੇ ਪਿੱਛੋਂ ਮਾਈ ਨੂੰ ਪਈ ਪੈਨਸ਼ਨ ਲੱਭਦੀ ਹੈ। ਮਾਈ ਵੀ ਜਿਹੜੀ ਹੈ ਇੱਜ਼ਤ ਦੀ ਜ਼ਿੰਦਗੀ ਪਈ ਗੁਜ਼ਾਰਦੀ ਹੈ, ਕਿਉਂਕਿ ਔਲਾਦ ਇਸੇ ਲਾਲਚ ਨੂੰ ਹੁੰਦੀ ਹੈ ਕਿ ਮਾਈ ਚਲੋ 4 ਰੁਪਏ ਘਰ ਲੈ ਕੇ ਤੇ ਆਉਂਦੀ ਹੈ। ਜਵਾਨ ਕਹਿੰਦਾ ਮੇਰੇ ਬਜ਼ੁਰਗਾਂ ਨੂੰ ਵੀ ਜਿਹੜਾ ਪੈਨਸ਼ਨ ਲੱਭਦੀ ਹੈ। ਜਦੋਂ ਪਹਿਲੀ ਤਰੀਕ ਹੁੰਦੀ ਹੈ ਬਜ਼ੁਰਗ ਸੁਬਹ ਉੱਠ ਕੇ ਚਮਕ ਕੇ ਬੈਠੇ ਹੁੰਦੇ, ਚੱਲ ਪੁੱਤਰ ਮੈਨੂੰ ਲੈ ਚੱਲ ਡਾਕਖਾਨੇ ਤੇ ਮੈਂ ਜਾ ਕੇ ਪੈਨਸ਼ਨ ਲੈਣੀ ਹੈ। ਕਹਿੰਦਾ ਮੈਂ ਸੁਬਹ ਉਹਨਾਂ ਨਾਲ ਲੈ ਜਾਣਾ, ਕਿਉਂਕਿ ਉੱਥੇ ਰਸ਼ ਬੜਾ ਹੁੰਦਾ, ਬੜੀ ਲੰਮੀ ਲਾਈਨ ਲੱਗੀ ਹੁੰਦੀ ਹੈ ਡਾਕਖਾਨੇ 'ਚ। ਅੱਜ ਕੱਲ੍ਹ ਤੇ ਆਇੰਦਾ ਸਿਸਟਮ ਕੋਈ ਨਹੀਂ, ਤੁਹਾਨੂੰ ਪਤਾ ਇਹ ਲੈਣਾ ਦਾ ਸਿਸਟਮ ਖਤਮ ਹੋ ਗਿਆ, ਲੇਕਿਨ ਪਹਿਲਾਂ ਜਿਹੜਾ ਬਹੁਤ ਲੰਮੀਆਂ ਲਾਈਨਾਂ ਲੱਗਦੀਆਂ ਸੀ। ਜਵਾਨ ਕਹਿੰਦਾ ਮੈਂ ਸੁਬਹ ਲੈ ਕੇ ਬਜ਼ੁਰਗਾਂ ਨੂੰ ਉੱਥੇ ਡਾਕਖਾਨੇ ਗਿਆ, ਅੱਗੇ ਤੱਕਿਆ ਤੇ ਬਹੁਤ ਲੰਮੀ ਲਾਈਨ ਲੱਗੀ ਸੀ। ਕਹਿੰਦਾ ਸਾਡੇ ਤੋਂ ਅੱਗੇ ਜਿਹੜਾ ਇੱਕ ਮਾਈ ਖਲੋਤੀ ਸੀ, ਉਹਦੇ ਸੂਹੇ ਵਾਲ ਹੈ ਤੇ ਕਹਿੰਦਾ ਚੰਗੀ ਭਲੀ ਉਹਦੀ ਉਮਰ ਸੀ। ਕਹਿੰਦਾ ਉਹ ਵੀ ਸੁਬਹ ਦੀ ਆ ਕੇ ਖਲੋਤੀ ਸੀ। ਮੈਂ ਉਹਨਾਂ ਨੂੰ ਪੁੱਛਿਆ ਕਿ ਅੰਮਾ ਜੀ ਤੁਸੀਂ ਕਿਧਰੇ ਬਹਿ ਜਾਓ, ਜਿਸੇ ਤੁਹਾਡੀ ਵਾਰੀ ਆਈ ਤੇ ਤੁਹਾਨੂੰ ਮੈਂ ਦੱਸਾਂਗਾ। ਆਂਦੀ ਆ ਨਹੀਂ ਪੁੱਤਰ, ਉਹਨੂੰ ਮੇਰੇ ਤੇ ਸ਼ਾਇਦ ਸ਼ੱਕ ਆਇਆ ਕਿ ਅਸੀਂ ਪਹਿਲਾ ਨੰਬਰ ਨਾ ਲੈ ਲਈਏ। ਉਹਨਾਂ ਕਿਹਾ ਮਾਂ ਜੀ ਤੁਸੀਂ ਫਿਕਰ ਨਾ ਕਰੋ, ਤੁਹਾਡਾ ਨੰਬਰ ਜਿਹੜਾ ਤੁਹਾਨੂੰ ਹੀ ਲੱਭੇਗਾ, ਤੁਸੀਂ ਉੱਥੇ ਆਰਾਮ ਨਾਲ ਬਹਿ ਜਾਓ। ਕਹਿੰਦਾ ਅੰਮਾ ਮੇਰੀ ਗੱਲ ਨਹੀਂ ਸੁਣੀ, ਉਹ ਲੈਣ 'ਚ ਹੀ ਕਦੇ ਬਹਿੰਦੇ ਸੀ ਕਦੇ ਖਲੋਂਦੇ ਸੀ। ਕਹਿੰਦਾ ਬਜ਼ੁਰਗਾਂ ਮੇਰੇ ਨੇ ਪੁੱਛਿਆ ਤੁਸੀਂ ਕਿੱਥੇ ਦੇ ਹੋ, ਕਿ ਕੰਮ ਕਰਦੇ ਸੀ ਤੁਹਾਡੇ ਘਰ ਵਾਲੇ? ਕਹਿੰਦਾ ਉਹਨਾਂ ਦੱਸਿਆ ਸਰਕਾਰੀ ਨੌਕਰੀ ਕਰਦੇ ਸੀ, ਫਲਾਣੇ ਅਸੀਂ ਪਿੰਡ ਦੇ ਆ। ਕਹਿੰਦਾ ਕਾਫੀ ਦੇਰ ਗੱਪ ਹੋਈ, ਜਾ ਕੇ ਕਿਰੇ 12 ਵਜੇ ਫਿਰ ਉਹਨਾਂ ਡਾਕਖਾਨਾ ਬੰਦ ਕਰਤਾ, ਕਿਉਂਕਿ ਰੋਟੀ ਦਾ ਟਾਈਮ ਹੋ ਗਿਆ। ਉਹਨਾਂ ਕਿਹਾ ਜੀ ਦੁਬਾਰਾ ਖੋਲ੍ਹਨੇ ਆ। ਕਹਿੰਦਾ ਫਿਰ ਉੱਥੇ ਬੰਦੇ ਉਸੇ ਜਗ੍ਹਾ ਤੇ ਬੈਠੇ ਰਹੇ, ਕੋਈ ਬੰਦਾ ਇਹ ਲਿਆ ਨਾ। ਕਹਿੰਦੇ ਅੱਗੇ ਪਿੱਛੇ ਹੋਏ ਤਾਂ ਸ਼ਾਇਦ ਕਿਰੇ ਸਾਨੂੰ ਨਾ ਪੈਨਸ਼ਨ ਲੱਭੇ। ਕਹਿੰਦਾ ਜਿਸ ਵੇਲੇ ਮਾਈ ਦੀ ਵਾਰੀ ਆਈ, ਮਾਈ ਪੈਨਸ਼ਨ ਲੈ ਬੈਠੀ, ਉਹ ਖਲੋ ਕੇ ਤੇ ਪੈਸੇ ਪਈ ਗਿਣਦੀ ਸੀ। ਕਹਿੰਦਾ ਇਤਨੀ ਦੇਰ ਨੂੰ ਮੇਰੇ ਬਜ਼ੁਰਗ ਵੀ ਪੈਨਸ਼ਨ ਲੈ ਆਏ। ਕਹਿੰਦਾ ਮੈਂ ਖਲੋ ਕੇ ਮਾਈ ਵੱਲ ਤੱਕਦਾ ਸੀ ਪਿਆ ਬੜੇ ਗੌਰ ਨਾਲ, ਤੇ ਕਹਿੰਦਾ ਹੱਥ ਦੇ ਕੰਮਣ ਲੱਗੇ ਸੀ। ਕਹਿੰਦਾ ਉਹਨੇ ਕਮੀਜ਼ ਦਾ ਪੱਲਾ ਚੁੱਕ ਕੇ ਨਾ ਤੇ ਸਲੂਕਾ ਪਾਇਆ ਸੀ, ਸਲੂਕੇ 'ਚ ਪੈਸੇ ਉਹਨੇ ਪਾਏ। ਕਹਿੰਦਾ ਜਿਸ ਵੇਲੇ ਪੈਸੇ ਪਾਏ ਨਾ ਤੇ ਥੋੜਾ ਜਿਹਾ ਟੁਰੀ ਹੈ। ਕਹਿੰਦਾ ਲਗਾਤਾਰ ਮੇਰਾ ਜਿਹੜਾ ਧਿਆਨ ਹੈ ਨਾ ਉਹ ਮਾਈ ਵਿੱਚ ਆਇਆ। ਕਹਿੰਦਾ ਥੋੜਾ ਜਿਹਾ ਅੱਗੇ ਗਈ ਹੈ ਤੇ ਜਾ ਕੇ ਮਾਈ ਦੇ ਪੈਸੇ ਥੱਲੇ ਟੈ ਪਏ। ਕਹਿੰਦਾ ਇਸ ਵੇਲੇ ਉਹ ਪੈਨਸ਼ਨ ਵਾਲੇ ਪੈਸੇ ਥੱਲੇ ਡਿੱਠੇ, ਮੈਂ ਫਟਫਟ ਜਾ ਕੇ ਪੈਸੇ ਉਹ ਚੁੱਕ ਲਏ। ਕਹਿੰਦਾ ਚੁੱਕ ਕੇ ਤੇ ਮੈਂ ਜੇਬ 'ਚ ਪਾ ਲਏ ਤੇ ਕਿਸੇ ਬੰਦੇ ਨੇ ਮੇਰੇ ਵੱਲ ਕੋਨਾ ਤੱਕਿਆ। ਕਹਿੰਦਾ ਮਾਈ ਵੀ ਚੁੱਪ ਕਰਕੇ ਤੇ ਉਹ ਟੁਰ ਪਈ। ਕਹਿੰਦਾ ਮੈਂ ਉਹਨੂੰ ਕੋਨਾ ਆਖਿਆ ਕਿ ਤੁਹਾਡੇ ਪੈਸੇ ਡਿੱਗੇ ਨੇ? ਕਹਿੰਦਾ ਮੈਂ ਤੇ ਇਸੇ ਲਾਲਚ ਨੂੰ ਚਲੋ ਮੈਨੂੰ ਪੈਸੇ ਲੱਭ ਗਏ ਨੇ। ਕਹਿੰਦਾ ਮੈਂ ਆਪਣੇ ਬਜ਼ੁਰਗਾਂ ਨੂੰ ਲੈ ਕੇ ਘਰ ਆ ਗਿਆ। ਘਰ ਆ ਕੇ ਥੋੜੀ ਦੇਰ ਬੈਠਾ, ਆ ਕੇ ਆਪਣੀ ਮੈਂ ਜ਼ਨਾਨੀ ਨੂੰ ਦਿੱਤੇ। ਮੈਂ ਕਿਹਾ ਲੈ ਪੈਸੇ। ਮੈਨੂੰ ਪੁੱਛਦੀ ਹੈ ਕਿ ਪੈਸੇ ਕਿੱਥੋਂ ਲੈ ਕੇ ਆਏ? ਕਹਿੰਦਾ ਮੈਂ ਕਿਹਾ ਅਸਰਾ ਡਾਕਖਾਨੇ ਜਿਹੜਾ ਨਾ ਮਾਈ ਆਈ ਸੀ ਇੱਕ ਪੈਨਸ਼ਨ ਲੈਣ, ਉਹਦੀ ਟੱਠੀ ਹੈ ਤੇ ਉਹ ਮੈਂ ਚੁੱਕ ਲਈ ਹੈ। ਕਹਿੰਦੀ ਹੈ ਤੁਸਾਂ ਕਿਹੜਾ ਕੰਮ ਕੀਤਾ? ਮਾਈ ਦੀਆਂ ਬਦਵਾਵਾਂ ਲੈਣੀਆਂ ਜੇ? ਉਹ ਵਿਚਾਰੀ ਉਹ ਪਤਾ ਨਹੀਂ ਕਿ ਉਹਦੇ ਨਾਲ ਸਿਸਟਮ ਚਲਾਉਂਦੀ ਹੋਣੀ ਹੈ। ਤੁਸਾਂ ਕਿਹੜਾ ਕੰਮ ਕੀਤਾ? ਉਹਨੂੰ ਪੈਸੇ ਤੁਸਾਂ ਵਾਪਸ ਕਰਨੇ ਸੀ। ਕਹਿੰਦਾ ਫਿਰ ਮੈਨੂੰ ਸ਼ਰਮ ਮਹਿਸੂਸ ਹੋਈ ਕਿ ਮੈਂ ਵਾਕਈ ਲਾਲਚ ਕਰ ਗਿਆ ਸਾਂ ਪੈਸੇ ਤੱਕ, ਕਿ ਮੈਨੂੰ ਇੰਜ ਨਹੀਂ ਸੀ ਕਰਨਾ ਚਾਹੀਦਾ। ਕਹਿੰਦਾ ਮੇਰੀ ਜ਼ਨਾਨੀ ਨੇ ਜਾ ਮੇਰੇ ਬਜ਼ੁਰਗਾਂ ਨੂੰ ਦੱਸਿਆ। ਉਹਨੇ ਆਖਿਆ ਅੱਬੂ ਜੀ ਇਹ ਤਾਂ ਕੋਈ ਨੇ ਕੀ ਕੰਮ ਕੀਤਾ ਹੈ? ਕੀ ਕੀਤਾ ਜੀ? ਉੱਥੇ ਜਿਹੜੀ ਮਾਈ ਸੀ ਨਾ ਤੁਹਾਡੇ ਅੱਗੇ ਖਲੋਤੀ, ਉਹਦੀ ਪੈਨਸ਼ਨ ਦੇ ਜਿਹੜੇ ਪੈਸੇ ਨੇ ਉਹ ਡਿੱਗੇ ਸੀ ਤੇ ਇਹਨਾਂ ਚੁੱਕ ਕੇ ਘਰ ਲੈ ਆਉਂਦੇ ਨੇ। ਕਹਿੰਦਾ ਬਜ਼ੁਰਗ ਮੈਨੂੰ ਗਾਲਾਂ ਕੱਢਣ ਲੱਗ ਪਏ, ਗੁੱਸੇ ਹੋਣ ਲੱਗ ਪਏ, ਤੂੰ ਕਿਹੜਾ ਕੰਮ ਕੀਤਾ? ਤੈਨੂੰ ਇਹ ਕੰਮ ਨਹੀਂ ਸੀ ਕਰਨਾ ਚਾਹੀਦਾ। ਕਹਿੰਦਾ ਮੈਂ ਕਿਹਾ ਅੱਬੂ ਮੇਰੇ ਕੋਲੋਂ ਗਲਤੀ ਹੋ ਗਈ, ਮੈਂ ਪੈਸੇ ਤੱਕ ਕੇ ਤੇ ਲਾਲਚ ਆ ਗਿਆ। ਮੈਂ ਕਿਹਾ ਚਲੋ ਘਰ ਜਾ ਕੇ ਜ਼ਨਾਨੀ ਨੂੰ ਦਿਆ। ਕਹਿੰਦਾ ਫਿੱਟੇ ਮੂੰਹ ਤੇਰਾ, ਤੂੰ ਇਹ ਕਿਹੜਾ ਕੰਮ ਕਰ ਦਿੱਤਾ ਹੈ? ਕਹਿੰਦਾ ਅੱਬੂ ਨੇ ਉਹਦੇ ਨਾਲ ਕਾਫੀ ਜਿਹੜਾ ਗੱਲਬਾਤ ਕੀਤੀ ਸੀ, ਉਹਨਾਂ ਨੂੰ ਪਤਾ ਕਿਹੜੇ ਪਿੰਡ ਦੀ ਹੈ। ਕਹਿੰਦਾ ਮੈਨੂੰ ਸੁਬਹ ਤੂੰ ਲੈ ਚੱਲ ਉਹਦੇ ਪਿੰਡ ਤੇ ਉਹਦੇ ਪੈਸੇ ਜਿਹੜੇ ਨੇ ਵਾਪਸ ਕਰਕੇ ਆਉਣੇ ਨੇ। ਕਹਿੰਦਾ ਮੈਂ ਕਿਹਾ ਠੀਕ ਹੈ ਅੱਬੂ ਜੀ। ਕਹਿੰਦਾ ਮੇਰੇ ਕੋਲ ਗਲਤੀ ਜਿਹੀ ਹੋਈ ਸੀ। ਕਹਿੰਦਾ ਸੁਬਹ ਮੇਰੇ ਤੋਂ ਪਹਿਲਾਂ ਹੀ ਬਜ਼ੁਰਗ ਉੱਠੇ, ਮੈਨੂੰ ਕਹਿੰਦਾ ਚੱਲ ਅੱਗੇ ਲੱਗ ਬਗੈਰਤਾ। ਕਹਿੰਦਾ ਮੈਂ ਨਾਲ ਲੈ ਕੇ ਉਹਨਾਂ ਟੁਰ ਗਿਆ। ਉੱਥੇ ਪਿੰਡ ਪੁੱਛਦੇ ਉਹਨਾਂ ਦੇ ਘਰ ਟੁਰ ਗਏ। ਕਹਿੰਦਾ ਅੱਗੂ ਘਰ ਗਏ ਤੇ ਉਸ ਮਾਈ ਦੀ ਨੂੰਹ ਸੀ ਅੱਗੇ। ਕਹਿੰਦਾ ਮਾਈ ਨੂੰ ਪੁੱਛਿਆ ਕਿ ਬਈ ਮਾਈ ਦਾ ਪੁੱਛਿਆ ਕਿ ਮਾਈ ਘਰ ਹੀ ਹੈ? ਉਹਨਾਂ ਆਖਿਆ ਜੀ ਉਹ ਤੇ ਕੋਈ ਨਹੀਂ ਘਰ। ਕਿੱਥੇ? ਉਹਨੇ ਆਖਿਆ ਰਾਤ ਦੀ ਤੇ ਉਹ ਘਰ ਹੀ ਕੋਈ ਨਹੀਂ ਆਈ। ਕਿਉਂ ਨਹੀਂ ਘਰ ਆਈ? ਪਤਾ ਨਾ ਘਰ ਪੈਨਸ਼ਨ ਲੈ ਕੇ ਆਵਾਂਗੀ ਤੇ ਮੈਂ ਪੈਨਸ਼ਨ ਲੈ ਲਵਾਂਗੀ, ਘਰ ਵਾਸਤੇ ਸੌਦਾ ਲਿਆਉਣਾ, ਜਾ ਕੇ ਕੁੜੀਆਂ 'ਚ ਵੰਡ ਕੇ ਤੇ ਫਿਰ ਵਾਪਸ ਘਰ ਆ ਜਾਏਗੀ। ਕਹਿੰਦਾ ਮੈਂ ਸੁਣਿਆ ਸਾਰਾ ਕੁਝ। ਕਹਿੰਦੇ ਤੂੰ ਉਹਦੇ ਘਰ ਤੇ ਚੱਲ ਜਿੱਥੇ ਉਹ ਹੈ ਵਾ ਕੁੜੀਆਂ ਕੋਲ। ਕਹਿੰਦਾ ਜਿਸ ਵੇਲੇ ਉੱਥੇ ਲੈ ਕੇ ਗਏ, ਜਾ ਕੇ ਉਹਨੇ ਮਾਈ ਕੋਲੋਂ ਪੁੱਛਿਆ ਕਿ ਅੰਮਾ ਪੈਨਸ਼ਨ ਕਿੱਥੇ ਹੀ? ਉਹਨੇ ਆਖਿਆ ਪੁੱਤਰ ਪੈਨਸ਼ਨ ਤੇ ਕਿਰੇ ਢਹਿ ਪਈ ਹੈ। ਕਹਿੰਦੇ ਸਿੱਧਾ ਅੰਮਾ ਕਿਉਂ ਨਹੀਂ ਆਖਦੀ ਕਿ ਪੈਨਸ਼ਨ ਜਿਹੜੀ ਹੈ ਤੂੰ ਆਪਣੀਆਂ ਕੁੜੀਆਂ ਨੂੰ ਦੇ ਦਿੱਤੀ ਹੈ? ਉਹਨੇ ਆਖਿਆ ਧੀਏ ਮੈਂ ਪੈਨਸ਼ਨ ਇਹਨਾਂ ਨੂੰ ਨਹੀਂ ਦਿੱਤੀ, ਮੈਂ ਹਰ ਮਹੀਨੇ ਜਿਹੜਾ ਪੈਨਸ਼ਨ ਤੈਨੂੰ ਲਿਆ ਕੇ ਦੇਣੀ ਹੈ, ਮੈਂ ਤੇਰੇ ਕੋਲ ਰਹਿੰਦੀ ਹਾਂ, ਮੈਂ ਧੀਆਂ ਕੋਲ ਤਾਂ ਨਹੀਂ ਰਹਿੰਦੀ। ਉਹਨੇ ਆਖਿਆ ਨਾ ਅੰਮਾ, ਪੈਨਸ਼ਨ ਜਿਹੜੀ ਹੈ ਨਾ ਤੂੰ ਆਪਣੀਆਂ ਕੁੜੀਆਂ ਨੂੰ ਵੰਡ ਦਿੱਤੀ ਹੈ, ਤਾਂ ਹੀ ਤੂੰ ਰਾਤ ਦੀ ਘਰ ਨਹੀਂ ਆਈ। ਕਹਿੰਦਾ ਫਿਰ ਮੇਰੇ ਬਜ਼ੁਰਗ ਬੋਲੇ। ਉਹਨੇ ਆਖਿਆ ਗੱਲ ਸੁਣ ਧੀਏ, ਤੂੰ ਜਿਹੜਾ ਲੱਗੀ ਹੈ ਨਾ ਕਮ ਸੇ ਕਮ ਬਜ਼ੁਰਗਾਂ ਦੀ ਇੱਜ਼ਤ ਕਰਿਆ ਕਰ, ਤੂੰ ਇਹ ਕੰਮ। ਉਹਨੇ ਆਖਿਆ ਮੈਂ ਬੜੀ ਇੱਜ਼ਤ ਕਰਨੀ ਹੈ, ਇਹਨਾਂ ਨੂੰ ਪੁੱਛੋ ਪਕਾ ਕੇ ਧੋ ਕੇ ਕੌਣ ਦਿੰਦਾ? ਮੈਂ ਦੇਣੀ ਆ। ਮੇਰੇ ਘਰ ਦੀਆਂ ਕੁੜੀਆਂ ਤੇ ਇੱਕ ਟਾਈਮ ਦੀ ਨੂੰ ਰੋਟੀ ਵੀ ਨਹੀਂ ਦਿੰਦੀਆਂ ਤੇ ਫਿਰ ਵੀ ਇਹਨਾਂ ਦੇ ਘਰ ਆ ਕੇ ਪੈਸੇ ਵੰਡ ਕੇ ਟੁਰ ਜਾਂਦੀ ਹੈ। ਉਹਨੇ ਆਖਿਆ ਪੁੱਤਰ ਗੱਲ ਸੁਣ,
ਇਹ ਤੂੰ ਗਲਤ ਗੱਲ ਕਰਨ ਲੱਗੀ ਏ। ਜਿਹੜੇ ਪੈਸੇ ਡਿੱਗੇ ਸੀ ਉਹ ਪੈਸੇ ਲੱਭੇ ਨੇ ਮੇਰੇ ਪੁੱਤਰ ਨੂੰ, ਸਮਝ ਆਈ, ਮੇਰੇ ਪੁੱਤਰ ਨੂੰ ਲੱਭੇ ਨੇ ਤੇ ਉਹ ਘਰ ਲੈ ਆਇਆ ਸੀ ਬੇਵਕੂਫੀ ਕਰਕੇ। ਉਸ ਟਾਈਮ ਇਹਨੇ ਰੋਕਿਆ ਨਹੀਂ ਅਮਾਰਾ ਨੂੰ ਤੇ ਇਹਨੇ ਗਲਤ ਕੀਤਾ। ਅਮਾਰਾ ਜਿਸੇ ਮੁੜ ਕੇ ਤੱਕਿਆ, ਉਹਨਾਂ ਆਖਿਆ ਹਾਂ ਤੁਸੀਂ ਤੇ ਸਾਡੇ ਤੋਂ ਪਿੱਛੇ ਖਲੋਤੇ ਸੋ। ਬਿਲਕੁਲ ਤੁਹਾਡੇ ਤੋਂ ਪਿੱਛੇ ਖਲੋਤੇ ਸਾਂ, ਲੇਕਿਨ ਮੁੜੇ ਮੇਰੇ ਨੇ ਜਿਹੜਾ ਪੈਸੇ ਤੁਹਾਡੇ ਚੁੱਕ ਲਏ ਸੀ। ਲੇਕਿਨ ਤੁਹਾਨੂੰ ਦੱਸਿਆ, ਉਹਨੇ ਆਖਿਆ ਮੈਂ ਤੇ ਰਾਤ ਦੀ ਘਰ ਹੀ ਨਹੀਂ ਗਈ ਸ਼ਰਮ ਦੇ ਮਾਰੇ। ਨੋ ਮੇਰੇ ਇੰਤਜ਼ਾਰ ਕਰਨ ਲੱਗੀ ਹੁੰਦੀ ਆ, ਅੰਮਾ ਪੈਸੇ ਲੈ ਕੇ ਆਵੇਗੀ ਤੇ ਮੈਂ ਜਾ ਕੇ ਸੌਦਾ ਲੈ ਕੇ ਆਵਾਂਗੀ। ਕਹਿੰਦਾ ਮੈਂ ਫਿਰ ਇਸ ਚੁੱਪ ਕਰਕੇ ਸ਼ਰਮ ਦੇ ਮਾਰੇ ਆਪਣੀ ਧੀਆਂ ਕੋਲ ਆ ਗਈ, ਇੱਥੇ ਆ ਕੇ ਬਹਿ ਰਹੀਆਂ ਕਿ ਚਲੋ ਮੇਰੀ ਨੋ ਮੈਨੂੰ ਕੁਝ ਨਾ ਆਖੇ। ਇਸ ਵਾਸਤੇ ਫਿਰ ਉਹਨੇ ਆਖਿਆ, ਜਿਸੇ ਨੋ ਨੇ ਸੁਣਿਆ ਨਾ, ਫਿਰ ਪੈਸੇ ਕੱਢ ਕੇ ਦਿੱਤੇ। ਫਿਰ ਬੜੀ ਸ਼ਰਮਿੰਦਾ ਜੀ ਹੋਈ। ਫਿਰ ਕਹਿੰਦਾ ਅੱਬਾ ਜੀ ਮੇਰੇ ਨੇ ਆਖਿਆ ਕਿ ਧੀਏ ਗੱਲ ਸੁਣ, ਇਹ ਮਾਈ ਹੋਰੀ ਬੜੇ ਚੰਗੇ ਨੇ ਤੇ ਉੱਥੇ ਖਲੋਤਿਆਂ ਵੀ ਤੇਰੀਆਂ ਬੜੀਆਂ ਤਾਰੀਫਾਂ ਕਰਦੇ ਸੀ ਕਿ ਮੈਂ ਆਪਣੀ ਨੋ ਨਾਲ ਰਹਿੰਦੀ ਹਾਂ, ਨੋ ਮੇਰੀ ਬੜੀ ਇੱਜ਼ਤ ਕਰਦੀ ਹੈ। ਲੇਕਿਨ ਮੈਂ ਇੱਥੇ ਆ ਕੇ ਤੱਕਿਆ ਕਿ ਤੂੰ ਤੇ ਬੜਾ ਗੁੱਸਾ ਕਰਨੀ ਹੈ, ਇਹ ਤੇਰੀ ਮਾਂ ਵੈ, ਤੂੰ ਇਸ ਤਰ੍ਹਾਂ ਨਾ ਕਰਿਆ ਕਰ, ਇਹ ਕੰਮ ਚੰਗਾ ਨਹੀਂ। ਉਹ ਕਹਿੰਦਾ ਚੁੱਪ ਕਰ ਗਈ। ਜਿਹੜੇ ਪੈਸੇ ਮਾਇਰਾ ਨੂੰ ਫੜਾਏ ਉਹਨੇ ਫਟਫਟ ਨੋ ਨੇ ਆਪੂ ਫੜ ਲਏ ਪੈਸੇ, ਫੜ ਕੇ ਤੇ ਚੁੱਪ ਕਰਕੇ ਤੇ ਉੱਥੋਂ ਟੁਰ ਗਈ। ਤੇ ਉਹਨੇ ਆਖਿਆ ਮਾਂ ਜੀ ਤੁਸੀਂ ਕਿਉਂ ਇਹਨਾਂ ਨੂੰ ਪੈਸੇ ਦਿੰਦੇ, ਤੁਸੀਂ ਪੈਸੇ ਆਪਣੇ ਕੋਲ ਰੱਖਿਆ ਕਰੋ। ਉਹਨੇ ਆਖਿਆ ਪੁੱਤਰ ਮੈਂ ਕੀ ਕਰਨਾ ਹੈ, ਅੱਜ ਆਇਆ ਵਾਂ ਚਾਹੇ ਤੇ ਸਵੇਰ ਮੇਰੀ ਅੱਖ ਹੀ ਨਾ ਖੁੱਲੇ ਤੇ ਮੈਂ ਕਰਨੇ ਕਿ ਇਹਨੇ ਪੈਸੇ ਰੱਖ ਕੇ, ਠੀਕ ਹੈ ਮੇਰੇ ਕੋਲ ਪੈਸੇ ਲੈ ਲੈਂਦੀ, ਉਹ ਆਪਣੇ ਘਰ ਦਾ ਸਿਸਟਮ ਚਲਾ ਲੈਂਦੀ ਹੈ ਤੇ ਕਿਰੇ 2-3 ਮਹੀਨਿਆਂ ਬਾਅਦ ਵਿੱਚੋਂ 2-3 ਹਜ਼ਾਰ ਕੱਢ ਕੇ ਤੇ ਮੈਂ ਆਪਣੀਆਂ ਧੀਆਂ ਨੂੰ ਦੇ ਦੇਣੀ ਆ। ਬਸ ਮੈਂ ਇਤਨਾ ਹੀ ਕਰਨੀ ਆ, ਇਹਦੇ ਤੋਂ ਜ਼ਿਆਦਾ ਮੈਂ ਆਪਣੀਆਂ ਧੀਆਂ ਦਾ ਕਦੇ ਨਹੀਂ ਕੀਤਾ। ਕਦੇ ਪੂਰੀ ਪੈਨਸ਼ਨ ਲਿਆ ਕੇ ਮੈਂ ਆਪਣੀਆਂ ਧੀਆਂ ਨੂੰ ਨਹੀਂ ਦਿੱਤੀ, ਲੇਕਿਨ ਫਿਰ ਵੀ ਉਹ ਮੇਰੇ ਤੋਂ ਨਾਰਾਜ਼ ਹੋ ਜਾਂਦੀ ਹੈ, ਤੂੰ 2-3 ਹਜ਼ਾਰ ਵੀ ਕਿਉਂ ਦੇ ਕੇ ਆਉਣੀ ਹੈ। ਪੁੱਤਰ ਇਹ ਵੀ ਗਰੀਬ ਨੇ, ਇਸੇ ਵਾਸਤੇ ਮੈਂ ਕੋਸ਼ਿਸ਼ ਕਰਨੀ ਹੈ ਚਲੋ 2 ਰੁਪਏ ਇਹਨਾਂ ਨੂੰ ਦੇ ਦਿਆਂ, ਇਹ ਵੀ ਖੁਸ਼ ਹੋ ਜਾਣ। ਇਸ ਵਾਰੀ ਆਈ ਹਾਂ ਮੈਂ, ਮੇਰਾ ਦਿਲ ਹੈ ਸੀ ਕਿ ਮੈਂ ਆਪਣੀਆਂ ਧੀਆਂ ਨੂੰ ਦਿਆਂ, ਲੇਕਿਨ ਮੈਂ ਦੇ ਨਹੀਂ ਸਕੀ ਕਿਉਂਕਿ ਪੈਨਸ਼ਨ ਮੇਰੀ ਟੈਪ ਹੀ ਸੀ, ਤੂੰ ਚੁੱਕ ਲਈ ਸੀ। ਫਿਰ ਮੈਂ ਸ਼ਰਮ ਦੇ ਮਾਰੇ ਹਲਮ ਹਾਲੀ ਇੱਥੇ ਆਈ ਹਾਂ। ਉਹਨਾਂ ਕਿਹਾ ਅੰਮਾ ਚੱਲ ਕੋ ਨਾ ਫਿਕਰ ਕਰ, ਕੋਈ ਬਲਾ ਹੀ ਟੱਲੀ ਹੋਣੀ ਹੈ ਤੇਰੇ ਤੋਂ, ਲੇਕਿਨ ਤੂੰ ਪੈਨਸ਼ਨ ਲੈ ਕੇ ਆਏ ਤੇ ਹੁਣ ਆ ਕੇ ਤੇਰੇ ਸਾਹਮਣੇ ਜਿਹੜਾ ਮੇਰੀ ਨੂੰਹ ਲੈ ਕੇ ਟੁਰ ਗਈ ਹੈ। ਤੇ ਇਸੇ ਤਰ੍ਹਾਂ ਹੀ ਮੇਰੇ ਘਰ ਦਾ ਸਿਸਟਮ ਚੱਲਦਾ। ਪਰ ਅੱਲਾ ਉਹਨੂੰ ਖੁਸ਼ ਰੱਖੇ, ਜਿਸ ਤਰ੍ਹਾਂ ਵੀ ਹੈ ਮੈਂ ਰਹਿੰਦੀ ਤੇ ਉਹਦੇ ਕੋਲ ਹੀ ਆ ਨਾ, ਧੀਆਂ ਮੇਰੀਆਂ ਆਪਣੇ ਘਰ ਆਬਾਦ ਨੇ। ਇਸ ਵਾਸਤੇ ਜਿਹੜੇ ਗਰੀਬ ਬੰਦੇ ਨੇ ਨਾ, ਉਹਨਾਂ ਦਾ ਆਸਰਾ ਜਿਹੜਾ ਹੁੰਦਾ ਉਹਨਾਂ ਦੀ ਪੈਨਸ਼ਨ ਹੀ ਹੁੰਦਾ। ਮਾੜੇ ਮੋਟੇ ਘਰ ਦੇ ਸਿਸਟਮ ਜਿਹੜੇ ਨੇ ਉਹ ਪੈਨਸ਼ਨਾਂ ਨਾਲ ਚੱਲਦੇ ਨੇ। ਗਰੀਬ ਬੰਦੇ ਫਿਰ ਹੋਰ ਕਰ ਵੀ ਕਹਿ ਸਕਦਾ, ਜਿਸੇ ਗੁਰਬਤ ਹੁੰਦੀ ਹੈ ਨਾ ਤੇ ਬੰਦਾ ਸਿਰ ਨਹੀਂ ਚੁੱਕ ਸਕਦਾ। ਉਹ ਇਹ ਸੋਚਦਾ ਕਿ ਇੱਕ ਟਾਈਮ ਦੀ ਜਿਹੜੀ ਰੋਟੀ ਨਾ ਖਾਧੀ ਸਾਡਾ ਕੀ ਬਣੇਗਾ, ਇੱਕ ਦਿਹਾੜ ਨਾ ਲੱਗੀ ਤੇ ਸਾਡਾ ਸਿਸਟਮ ਕਿਉਂ ਚੱਲੇਗਾ। ਇਸ ਵਾਸਤੇ ਕੋਸ਼ਿਸ਼ ਕਰੋ, ਅਗਰ ਗਰੀਬ ਦੇ ਤੁਹਾਨੂੰ ਕਿਰੇ ਪੈਸੇ ਲੱਭਣ, ਕੋਸ਼ਿਸ਼ ਕਰੋ ਕਿ ਉਹਨੂੰ ਪੈਸੇ ਪਹੁੰਚਾਓ। ਜੇ ਉਹਦਾ ਬਟੂਆ ਟੈਪ ਪਿਆ ਜਾਂ ਉਹਦੀ ਕੋਈ ਚੀਜ਼ ਟੈਪ ਪਈ ਹੈ, ਤੁਸੀਂ ਤੱਕ ਲਈ ਹੈ, ਤੁਹਾਡਾ ਹੱਕ ਬਣਦਾ ਹੈ ਕਿ ਉਹ ਚੀਜ਼ ਜਿਹੜੀ ਆ ਉਹਦੇ ਤੱਕ ਪਹੁੰਚਾ ਕੇ ਆਵੋ, ਤਾਂ ਕਿ ਉਹ ਵਿਚਾਰਾ ਜਿਹੜਾ ਤੁਹਾਨੂੰ ਦੁਆਵਾਂ ਦੇ ਤੇ ਆਪਣੇ ਦੁੱਖ ਨਾਲ ਕਿਰੇ ਇਸ ਦੁਨੀਆ ਤੋਂ ਟੁਰ ਨਾ ਜਾਏ। ਗਰੀਬ ਦੀ ਛੋਟੀਆਂ ਛੋਟੀਆਂ ਖੁਸ਼ੀਆਂ ਹੁੰਦੀਆਂ ਨੇ, ਉਹਨਾਂ ਦਾ ਖਿਆਲ ਰੱਖਿਆ ਕਰੋ। ਬਾਕੀ ਇਹ ਹੈ ਕਿ ਪੈਨਸ਼ਨ ਜਿਹੜੀ ਹੈ ਉਹ ਜਿਹੜੇ ਸਰਕਾਰੀ ਬੰਦੇ ਨੇ ਉਹਨਾਂ ਦਾ ਤੇ ਲਾਜ਼ਮੀ ਗੱਲ ਹੈ, ਆਸਰਾ ਹੁੰਦਾ ਹੈ। ਬਾਕੀ ਇਹ ਹੈ ਕਿ ਮੇਰੀ ਵੀਡੀਓ ਅਗਰ ਤੁਹਾਨੂੰ ਅੱਛੀ ਲੱਗੇ ਤੇ ਪਲੀਜ਼ ਯਾਰ ਲਾਈਕ ਕਰਿਆ ਕਰੋ, ਕਮੈਂਟਸ ਕਰਿਆ ਕਰੋ, ਸਬਸਕ੍ਰਾਈਬ ਕਰ ਦਿਓ ਤੇ ਦਿਲ ਖੁਸ਼ ਹੁੰਦਾ ਹੈ। अगर कोई छोटी मोटी गलती हो जाए तो मैं माफ़ी चाहना, प्रोफैशनल नहीं। मैं हमेशा तुहानू कहना कि यार मेरी वीडियो तकिया करो, पूरी तकिया करो। जिसले पूरी तकदे हो ना तो मैनू लाजमी थले लिखा करो कि मैं वीडियो पूरी देखी है। मैं फिर जरूर तुहानू लाइक भी मारना तो मैं खुश होना कि यार यह बंदा जिहड़ा मैनू पसंद करता है तो इन्हें मेरी पूरी वीडियो देखी है। बाकी दुआवां च याद रखियो तो अपनी सेहत का लाजमी ख्याल रखा करो। सेहत है तो सब कुछ है। अल्लाह हाफिज़।